निशानी चंद जे न मिलो अब जाए कै टूटे गुर प्रीति इत्यादक संसा करे मत होए अपीति आज काल करते तिसै द्वादश दिन बीते कह बिने पठावनो मन होए विपरीते। वाहिगुरु जी का खालसा वाहिगुरु जी की फतेह। आदि गुरु जगत गुरु सतगुरु श्री गुरु ग्रंथ साहिब जी महाराज गरीब नवाज जी दे पावन पवित्र चरण कमलों च तिलक ते जंजू दे राखे नौवें पातशाह तेग बहादुर सिमरिया घर नौ निध आवै धाए सब थाई होए सहाय। ऐसे परम निध सतगुरु श्री गुरु तेग बहादुर साहिब जी महाराज जी दे पावन पवित्र चरण छो प्राप्त इतिहासक स्थान ते सजे होए संध्या वेले दे दीवानां च हाजरियां भर के आप समूह माई भाई अपने सवासां नूं समय नूं गुरु लेखे ला के सफला कर रहे। कलगियां वाले पातशाह जी महाराज जी ने श्री पौंटा साहब तो श्री आनंदपुर साहब नूं कूच कीता है। रस्ते विच कुछ सਮਾं कुछ पैंडा तय करदिआं जदों पातशाह ਵਧੇ ने राजे मेदनी प्रकाश नूं जो नाहणपति है जिहदी बेनती नूं सवकार करदिआं सतगुरु जी इत्थे आए सन। ਉਹਨੂੰ पता लगा अपना वजीर भेजिਆ महाराज आप जी ने मैनूं खबर नहीं दित्ती अचानक ਚੱਲਣ ਦੀ ਤਿਆਰੀ कर ਲਈ है। ਅੱਗੇ ਲਾਹੜਪੁਰ ਨਾਮਕ ਨਗਰ ਹੈ ਉੱਥੇ ਆਪ ਜੀ ਕੁਝ ਸਮੇਂ ਲਈ ਉਤਾਰਾ ਕਰੋ ਮੈਂ ਆਪ ਜੀ ਦੇ ਦਰਸ਼ਨਾਂ ਨੂੰ ਆਵਾਂਗਾ। ਸਤਿਗੁਰੂ ਜੀ ਨੇ ਲਾਹੜਪੁਰ ਆ ਕੇ ਕੁਝ ਦੂਰੀ ਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਹੈ ਪਹਿਲਾਂ ਲਾਹੜਪੁਰ ਉਤਾਰਾ ਕੀਤਾ। ਟੋਕਾ ਸਾਹਿਬ ਆ ਕੇ ਮਹਾਰਾਜ ਜੀ ਨੇ ਆਪਣਾ ਨਿਵਾਸ ਕੀਤਾ। 12 दिन तकरीबन बीत गए राजा मेदनी प्रकाश नहीं आया। रोज़ वजीर भेज दिया करे कि गुरु जी अज राजे ने आना सी पर उन्होंने अचानक काम पै गया नहीं आ सकिया। जानी जान सतगुरु जानते सन कि मेदनी प्रकाश के अंदर की चल रहा है क्योंकि पातशाह तां घट घट के अंतर की जानत हैं। तो मेदनी प्रकाश भी बड़ी बड़ी दुचिती विच है की करां जे नहीं जांदा तां प्रीत टुटदी है जे जांदा हाँ तां जिन्नियां रियासतां दे राजे ने सारे मेरे खिलाफ हो जाणगे। खास करके श्रीनगर दा राजा फतेह शाह जिस दे राज दी हद मेरे राज दी हद नाल लगदी है। आओ गुरदेव का यह पावन इतिहास है। कलगियां वाले चोजी प्रीतम पातशाह की अमृत कथा है। सरवण करिए गुरदेव के पावन चरणों विच अपनी हाजरी लवाउंदे आखिए जी सतनाम श्री वाहे गुरु साहिब जी। सतनाम श्री वाहे गुरु साहिब जी। निशानी चंद जे न मिलो अब जाए कै टूटे गुर प्रीति। मेदनी प्रकाश राजा अपने मन ही मन सोचदा है कि जेकर मैं सतगुरु जी के दर्शनां नूं नहीं जांदा महाराज जी नूं रोकिया भी है ते नहीं पहुँचदा उन्हां दे पास तां मेरी प्रीत सतगुरां नालों टुट जाएगी। इत्यादक संसा करे मत होए ना अपीति। मन च भी संदेह है कि जे जावांगा तां राजा फतेह शाह ते होर जिहड़ियां रियासतां दे राजे ने मेरे विरोधी होणगे।
ਇਸ ਕਰਕੇ ਇਹਦੀ ਮੱਤ ਵਿੱਚ, ਇਹਦੇ ਹਿਰਦੇ ਵਿੱਚ ਇਸ ਪ੍ਰਕਾਰ ਨਾਲ ਦੁਚਿਤੀ ਬਣੀ ਹੋਈ ਹੈ। ਆਜ ਕਾਲ ਕਰਤੇ ਤਿਸੈ ਦਵਾਦਸ਼ ਦਿਨ ਬੀਤੇ। ਅੱਜ ਆਵਾਂਗਾ, ਕੱਲ ਆਵਾਂਗਾ, ਇਦਾਂ ਸਤਿਗੁਰਾਂ ਨੂੰ ਸੁਨੇਹੇ ਭੇਜਦਿਆਂ ਤਕਰੀਬਨ 12 ਦਿਨ ਮਹਾਰਾਜ ਜੀ ਨੂੰ ਟੋਕਾ ਸਾਹਿਬ ਵਾਲੇ ਪਾਵਨ ਸਥਾਨ ਤੇ ਬੀਤ ਗਏ। ਕਹਿ ਕਹਿ ਬਿਨੈ ਪਠਾਵਨੋ ਮਨ ਹੋਏ ਵਿਪਰੀਤੇ। ਬਾਰ-ਬਾਰ ਆਪਣੇ ਵਜ਼ੀਰ ਨੂੰ ਸਤਿਗੁਰਾਂ ਕੋਲ ਭੇਜਦਾ ਹੈ, ਬੜੇ ਬੇਨਤੀਨੁਮਾ ਸ਼ਬਦ ਕਹਿ ਕੇ ਭੇਜਦਾ ਹੈ, ਪਰ ਇਹਦੇ ਮਨ ਦੇ ਵਿੱਚ ਵਿਪਰੀਤ ਭਾਵ ਜਿਹੜਾ ਹੈ ਉਹ ਚੱਲ ਰਿਹਾ ਹੈ। ਬੂਝੇ ਨਿਜ ਪ੍ਰਧਾਨ ਸਭ ਮੈਂ ਕਰਹੂੰ ਕੈਸੇ। ਆਪਣੇ ਵਜ਼ੀਰਾਂ ਨੂੰ, ਆਪਣੇ ਮੰਤਰੀਆਂ ਤੇ ਸਲਾਹਕਾਰਾਂ ਨੂੰ ਸੱਦ ਕੇ ਉਹਨਾਂ ਕੋਲੋਂ ਰਾਜਾ ਮੇਦਨੀ ਪ੍ਰਕਾਸ਼ ਪੁੱਛਦਾ ਹੈ, ਦੱਸੋ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ। ਦੋ ਦਿਸ਼ ਤੇ ਰਸ ਕੋ ਰੱਖੇ ਕਰੀਏ ਕੁਛ ਐਸੇ। ਕਹਿੰਦੇ ਕੁਝ ਇਸੇ ਤਰ੍ਹਾਂ ਦਾ ਢੰਗ ਕਰੀਏ, ਤਰੀਕਾ ਕਰੀਏ ਕਿ ਦੋਵਾਂ ਪਾਸੇ ਰਹਿ ਜਾਏ। ਇੱਧਰ ਸਤਿਗੁਰਾਂ ਨਾਲ ਵੀ ਰਹਿ ਜਾਏ, ਉੱਧਰ ਜਿਹੜੇ ਰਾਜੇ ਨੇ ਉਹ ਵੀ ਮੇਰੇ ਖਿਲਾਫ ਨਾ ਚੱਲਣ। ਕੋਈ ਇੱਦਾਂ ਦਾ ਕੰਮ ਕਰੀਏ ਕਿ ਦੋਵਾਂ ਪਾਸੇ ਮੇਰਾ ਜਿਹੜਾ ਪ੍ਰੇਮ ਹੈ ਉਹ ਬਣਿਆ ਰਹੇ। ਤਬ ਸਮਝਾਇਓ ਡਰਤ ਉਰ ਤੁਮ ਮਿਲੋ ਨ ਜਾਈ। ਉਸ ਵੇਲੇ ਇਸ ਦਾ ਹਿਰਦਾ ਪਹਿਲਾਂ ਹੀ ਡਰਿਆ ਹੋਇਆ ਸੀ। ਜਿਹੜੇ ਸਲਾਹਕਾਰ ਮੰਤਰੀ ਸਨ ਉਹਨਾਂ ਨੇ ਤਾਂ ਫਿਰ ਦੁਨਿਆਵੀ ਤੌਰ ਤੇ ਸੋਚਣਾ ਸੀ। ਉਹ ਇਹਨੂੰ ਕਹਿਣ ਲੱਗੇ, ਰਾਜਾ ਤੈਨੂੰ ਨਹੀਂ ਜਾਣਾ ਚਾਹੀਦਾ ਗੁਰੂ ਜੀ ਕੋਲ, ਤੈਨੂੰ ਉਹਨਾਂ ਨੂੰ ਜਾ ਕੇ ਨਹੀਂ ਮਿਲਣਾ ਚਾਹੀਦਾ। ਪਠੋ ਦੀਵਾਨ ਜੋ ਆਪਨੋ ਭੇਟੈ ਸਮੁਦਾਈ। ਏਦਾਂ ਕਰ ਕੇ ਤੂੰ ਆਪਣੇ ਖਾਸ ਦੀਵਾਨ ਨੂੰ ਕੁਝ ਭੇਟਾਵਾਂ ਦੇ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਜ ਦੇ, ਔਰ ਆਪ ਉਹਨਾਂ ਦੇ ਕੋਲੋਂ ਖਿਮਾ ਦੀ ਯਾਚਨਾ ਕਰ ਲੈ ਕਿ ਮਹਾਰਾਜ ਮੈਂ ਨਹੀਂ ਆ ਸਕਦਾ। ਇਹ ਬੇਨਤੀ ਕਰਕੇ ਖਿਮਾ ਦੀ ਯਾਚਨਾ ਕਰ ਲੈ। ਨਹੀਂ ਤਾਂ ਰਾਜੇ ਗਿਰਪਤ ਸਕਲ ਤੁਝ ਕੋ ਰਿਪ ਜਾਣੈ। ਤੇ ਜੇ ਰਾਜਾ ਮੇਦਨੀ ਪ੍ਰਕਾਸ਼ ਤੂੰ ਗੁਰੂ ਜੀ ਕੋਲ ਜਾਵੇਂਗਾ ਤੇ ਜਿੰਨੇ ਪਹਾੜੀ ਰਾਜੇ ਨੇ ਤੈਨੂੰ ਸਾਰੇ ਆਪਣਾ ਦੁਸ਼ਮਣ ਬਣਾਣਗੇ। ਅੱਗੇ ਕੱਲਾ ਫਤਿਹ ਸ਼ਾਹ ਤੇਰਾ ਦੁਸ਼ਮਣ ਹੈ, ਹੁਣ ਹੋਰ ਵੀ ਜਿਹੜੇ ਰਾਜੇ ਨੇ ਉਹ ਵੀ ਦੁਸ਼ਮਣ ਬਣ ਜਾਣਗੇ, ਫਿਰ ਤੇਰੇ ਲਈ ਔਖਾ ਹੋ ਜਾਵੇਗਾ। ਕਾਰਜ ਦੇਹ ਬਿਗਾਰ ਕਰ ਲੜ ਕੈ ਰਣ ਹਾਨੈ। ਔਰ ਜੰਗ ਦੇ ਮੈਦਾਨ 'ਚ ਤੇਰੇ ਨਾਲ ਲੜ ਕੇ ਤੈਨੂੰ ਮਾਰਨਗੇ, ਔਰ ਤੇਰੇ ਸਾਰੇ ਕਾਰਜ ਜਿਹੜੇ ਨੇ, ਤੇਰੇ ਸਾਰੇ ਕੰਮ ਨੇ ਉਹ ਅਟਕ ਜਾਣਗੇ, ਰੁਕ ਜਾਣਗੇ। ਸਭ ਪ੍ਰਾਤਨ ਤੇ ਟੂਟਬੋ ਤੁਝ ਨੈ ਬਨ ਆਵੈ। ਤੂੰ ਆਪਣੇ ਸਾਰੇ ਭਾਈਚਾਰੇ ਤੋਂ, ਪਹਾੜੀ ਰਾਜਿਆਂ ਤੋਂ ਟੁੱਟ ਜਾਏਗਾ। ਜੋ ਤੇਰੇ ਲਈ ਚੰਗਾ ਨਹੀਂ, ਇਹ ਤੇਰੇ ਲਈ ਸਹੀ ਨਹੀਂ ਬਣਾਉਂਦਾ। ਜਥਾ ਵਿਦੇਸ਼ੀ ਗੁਰੂ ਇਮ ਜਿਤ ਕਿਤ ਚੜ ਜਾਵੇਂ। ਗੁਰੂ ਜੀ ਤਾਂ ਵਿਦੇਸ਼ੀ ਨੇ, ਯਾਨੀ ਕਿ ਉਹਨਾਂ ਦਾ ਕਿਹੜਾ ਕੋਈ ਪੱਕਾ ਟਿਕਾਣਾ। ਉਹ ਅੱਜ ਇੱਥੇ ਨੇ, ਕੱਲ ਉੱਥੇ ਨੇ। ਉਹ ਤਾਂ ਇਸ ਤਰ੍ਹਾਂ ਜਿੱਥੇ ਮਰਜ਼ੀ ਆਪਣਾ ਚਾਲਾ ਰੱਖਦੇ ਹਨ। ਇਮ ਸੁਨ ਕੈ ਮੰਤਰੀਨ ਤੇ ਮਸਲਤ ਠਹਿਰਾਈ। ਏਦਾਂ ਆਪਣਿਆਂ ਮੰਤਰੀਆਂ, ਸਲਾਹਕਾਰਾਂ, ਵਜ਼ੀਰਾਂ ਦੀ ਸਲਾਹ ਸੁਣ ਕੇ ਰਾਜੇ ਮੇਦਨੀ ਪ੍ਰਕਾਸ਼ ਨੇ ਇਹ ਮਤ ਠਹਿਰਾ ਲਿਆ। ਪਠ ਵਕੀਲ ਸਤਿਗੁਰੂ ਟਿਗ ਨਿਜ ਬਾਤ ਸੁਨਾਈ। ਇਹਨੇ ਆਪਣਾ ਇੱਕ ਖਾਸ ਅਹਿਲਕਾਰ ਵਜ਼ੀਰ ਸਤਿਗੁਰੂ ਜੀ ਕੋਲ ਭੇਜ ਕੇ ਆਪਣੀ ਜਿਹੜੀ ਗੱਲ ਸੀ, ਬੇਨਤੀ ਸੀ, ਉਹ ਸਤਿਗੁਰਾਂ ਤੱਕ ਪਹੁੰਚਦੀ ਕੀਤੀ। ਸੁਨ ਕੇ ਚਿਰਿਸ ਤਰ ਪ੍ਰਭੂ ਭੰਨਿਓ ਗੀਦੀ ਇਮ ਹੋਵਾ। ਮਹਾਰਾਜ ਸੱਚੇ ਪਾਤਸ਼ਾਹ ਜੀ 12 ਦਿਨਾਂ ਤੋਂ ਉਡੀਕ ਰਹੇ ਸੀ ਇਹਨੂੰ ਵੀ ਆਵੇਗਾ। ਇਹਦੇ ਮਨ ਦੀ ਭਾਵਨਾ ਸੀ, ਪ੍ਰੇਮ ਸੀ। ਤੋ ਗਰੀਬ ਨਵਾਜ ਸਾਹਿਬ ਜੀ ਨੂੰ ਜਦੋਂ ਪਤਾ ਲੱਗਾ ਵੀ ਉਹ ਕਹਿੰਦਾ ਮੈਂ ਨਹੀਂ ਆ ਸਕਦਾ, ਉਹਦੀ ਸਮੱਸਿਆ ਉਹਨੇ ਆਪਣੀ ਦੱਸੀ। ਮਹਾਰਾਜ ਜੀ ਕਹਿੰਦੇ ਮੇਦਨੀ ਪ੍ਰਕਾਸ਼ ਗੀਦੀ ਹੈ, ਕਾਇਰ ਤੇ ਬੁਜਦਲ ਹੈ, ਸਹੀ ਦਾ ਸਾਥ ਦੇਣ ਦੀ ਬਜਾਏ ਗਲਤ ਵਾਲੇ ਪਾਸੇ ਸਾਥ ਦੇਣ ਲਈ ਤਿਆਰ ਹੈ। ਇਹ ਬਿਰਤੀ ਉਹਦੇ ਲਈ ਠੀਕ ਨਹੀਂ, ਇਹ ਗੀਦੀਆਂ ਤੇ ਕਾਇਰਾਂ ਵਾਲੀ ਬਿਰਤੀ ਹੈ। ਹਮਕੋ ਥਿਤ ਠਹਿਰਾਏ ਕਰ ਪਾਛੇ ਡਰ ਜੋਵਾ। ਅਸੀਂ ਇਸੇ ਕਰਕੇ ਗੁਰਦੇਵ ਜਦੋਂ ਆਏ ਨੇ ਪੌਂਟਾ ਸਾਹਿਬ, ਉਹਨਾਂ ਮੇਦਨੀ ਪ੍ਰਕਾਸ਼ ਨੂੰ ਖਬਰ ਨਹੀਂ ਭੇਜੀ ਅਸੀਂ ਚੱਲੇ ਹਾਂ। ਮਹਾਰਾਜ ਜੀ ਜਾਣਦੇ ਸਨ ਕਿ ਰਾਜਨੀਤਿਕ ਤੌਰ ਤੇ ਮੇਦਨੀ ਪ੍ਰਕਾਸ਼
ਜੇ ਸਾਡੇ ਕੋਲ ਆਵੇਗਾ ਤੇ ਦੂਜੇ ਰਾਜੇ ਉਹਦੇ ਵਿਰੋਧੀ ਹੋਣਗੇ। ਇਸੇ ਕਰਕੇ ਸਤਿਗੁਰੂ ਨੂੰ ਬਿਨਾਂ ਦੱਸਿਆਂ ਟੁਰੇ ਸੀ। ਆਪ ਹੀ ਉਹਨੇ ਰੋਕਿਆ ਰਸਤੇ 'ਚ, ਮਹਾਰਾਜ ਮੈਂ ਮਿਲਣਾ ਚਾਹੁੰਦਾ। ਮਹਾਰਾਜ ਕਹਿੰਦੇ ਅਸੀਂ ਤਾਂ ਜਾ ਹੀ ਰਹੇ ਸੀ, ਆਪ ਹੀ ਉਹਨੇ ਸਾਨੂੰ ਰੋਕਿਆ। ਤੇ ਜੇ ਅਸੀਂ ਹੁਣ 12 ਦਿਨ ਹੋ ਗਏ ਨੇ ਸਾਨੂੰ ਇੱਥੇ ਉਡੀਕਦਿਆਂ, ਨਹੀਂ ਸੀ ਆ ਸਕਦਾ, 1-2 ਦਿਨਾਂ 'ਚ ਸੁਨੇਹਾ ਭੇਜ ਦਿੰਦਾ। ਜੇ ਇਹੀ ਕੰਮ ਕਰਨਾ ਸੀ ਤੇ 12 ਦਿਨ ਕਾਹਨੂੰ ਲਾ ਦਿੱਤੇ ਇੱਥੇ। ਮਹਾਰਾਜ ਜੀ ਕਹਿੰਦੇ ਉਹਦੇ ਲਈ ਯੋਗ ਨਹੀਂ, ਉਹਨੇ ਸਹੀ ਨਹੀਂ ਕੀਤਾ। ਨੈ ਮੇਲੇ ਪ੍ਰਧਾਨ ਕੋ ਇਤੋਂ ਨ ਆਵੇ। ਮਹਾਰਾਜ ਜੀ ਨੇ ਸੁਨੇਹਾ ਭੇਜ ਦਿੱਤਾ ਵੀ ਉਹਨੇ ਆਪਣਾ ਦੀਵਾਨ ਭੇਜਣਾ। ਉਹ ਕਹਿੰਦੇ ਸੀ ਵੀ ਦੀਵਾਨ ਭੇਜ ਕੇ ਪਿਟਾਵਾਂ ਭੇਜ ਦਿਆਂਗੇ ਗੁਰੂ ਜੀ ਕੋਲ। ਮਹਾਰਾਜ ਜੀ ਕਹਿੰਦੇ ਨਾ ਭੇਜੇ, ਨਾ ਆਪਣੇ ਦੀਵਾਨ ਨੂੰ ਭੇਜੇ ਰਾਜਾ ਮੇਦਨੀ ਪ੍ਰਕਾਸ਼, ਨਾ ਆਪਣੇ ਕਿਸੇ ਪ੍ਰਧਾਨ ਵਜ਼ੀਰ ਨੂੰ ਭੇਜੇ। ਜੇ ਉਹ ਸਾਡੇ ਕੋਲ ਇੱਧਰ ਆਏ ਵੀ ਚੱਲ ਕੇ, ਪਠੇ ਜੇ ਲੂਟੇ ਸੋ ਭੱਟ ਮਮ ਨੈ ਕੋ ਅਟਕਾਵੇ। ਜੇ ਆਏ ਤਾਂ ਨਾ ਸਾਰਿਆਂ ਨੂੰ ਮੇਰੇ ਸੂਰਮਿਆਂ ਨੇ ਆਪਣੇ ਕਰੜੇ ਹੱਥ ਵਿਖਾਉਣੇ ਆ। ਇਸ ਕਰਕੇ ਫਿਰ ਉਹਨਾਂ ਨੂੰ ਕਿਸੇ ਨੇ ਨਹੀਂ ਛਡਾਉਣਾ। ਇਹਦੇ ਨਾਲੋਂ ਚੰਗਾ ਕਿ ਮੇਦਨੀ ਪ੍ਰਕਾਸ਼ ਰਾਜਾ ਆਪਣੇ ਘਰ ਰਾਜੀ ਰਹੇ, ਉਹਦਾ ਕੋਈ ਵਜ਼ੀਰ, ਉਹਦਾ ਕੋਈ ਪ੍ਰਧਾਨ ਜਾਂ ਉਹਦਾ ਕੋਈ ਦੀਵਾਨ ਸਾਡੇ ਕੋਲ ਨਾ ਆਵੇ। ਬਰਜ ਪੱਠੇ ਹੋ ਸੁਨ ਪੀਰੂ ਨ੍ਰਿਪ ਨੈ ਧੀਰਜ ਰਾਖੀ। ਇਹ ਭੀਰੂ ਰਾਜਾ, ਕਾਇਰ ਰਾਜਾ ਮੇਦਨੀ ਪ੍ਰਕਾਸ਼, ਇਹਨੇ ਧੀਰਜ ਨਹੀਂ ਰੱਖਿਆ, ਆਪਣੇ ਅੰਦਰ ਹੌਸਲਾ ਨਹੀਂ ਰੱਖਿਆ। ਸ਼ੰਕਿਓ ਅਪਰਨ ਨਿਰਪਨ ਤੇ ਨੈ ਦਰਸ ਪਿਲਾਖੀ। ਔਰ ਦੂਸਰੇ ਰਾਜਿਆਂ ਤੋਂ ਸ਼ੰਕਤ ਹੋ ਕੇ ਇਹਨੇ ਸਾਡੇ ਦਰਸ਼ਨਾਂ ਦੀ ਅਭਿਲਾਖਾ ਨਹੀਂ ਰੱਖੀ, ਦਰਸ਼ਨ ਨਹੀਂ ਕੀਤੇ। ਅਲਪ ਗ੍ਰਾਮ ਤੈ ਦ્વੈ ਬਸੈ ਜੈ ਠਾਂਗੁਰ ਡੇਰਾ। ਖਾਲਸਾ ਜੀ, ਜਿੱਥੇ ਸਤਿਗੁਰੂ ਜੀ ਉਤਰੇ ਹੋਏ ਸੀ ਉੱਥੇ ਅੱਜ ਕੱਲ੍ਹ ਗੁਰਦੁਆਰਾ ਟੋਕਾ ਸਾਹਿਬ ਹੈ। ਨਾਰਾਇਣਗੜ੍ਹ ਦੇ ਲਾਗੇ ਮਹਾਰਾਜ ਜੀ ਦਾ ਇਹ ਸਥਾਨ ਹੈ ਟੋਕਾ ਸਾਹਿਬ। ਜਿੱਥੇ ਪਾਤਸ਼ਾਹ ਉਤਰੇ ਹੋਏ ਸੀ ਉੱਥੇ ਨੇੜੇ ਹੀ 2 ਪਿੰਡ ਸਨ, ਨਾਲ ਹੀ ਉਹਨਾਂ ਦੀ ਹੱਦ ਜਿਹੜੀ ਪਿੰਡਾਂ ਦੀ ਉਹ ਆਪਸ ਵਿੱਚ ਲੱਗਦੀ ਸੀ। ਇੱਕ ਮੈਂ ਰੰਗਰ ਰਹਿਤ ਇੱਕ ਫਕਰਨ ਕੇਰਾ। ਉਹ ਜਿਹੜੇ 2 ਪਿੰਡ ਸਨ, ਇੱਕ ਪਿੰਡ 'ਚ ਰੰਗੜ ਰਹਿੰਦੇ ਸੀ ਤੇ ਦੂਜੇ ਪਿੰਡ ਦੇ ਵਿੱਚ ਵਿਚਾਰੇ ਕੋਈ ਗਰੀਬ ਫਕੀਰ ਬਿਰਤੀ ਵਾਲੇ, ਜਿਹੜੇ ਚੰਗੀ ਬਿਰਤੀ ਦੇ ਲੋਕ ਸਨ, ਉਹ ਰਹਿੰਦੇ ਸਨ। ਬਨ ਕਰ ਤਸਕਰ ਉਸ਼ਟ ਦ્વੈ ਪ੍ਰਭ ਕੇ ਚੁਰਾਏ। ਉਸ ਵਕਤ ਇਹਨਾਂ 2 ਪਿੰਡਾਂ ਵਿੱਚੋਂ ਜਿਹੜਾ ਰੰਗੜਾਂ ਦਾ ਪਿੰਡ ਸੀ, ਉਸ ਪਿੰਡ ਦਾ ਨਾਂ ਸੀ ਲਾਹਾ। ਜਿਹੜਾ ਉਹ ਫਕੀਰ ਲੋਕ ਸਨ, ਸਾਧੂ, ਉਹ ਜਿਹੜੇ ਰਹਿੰਦੇ ਸੀ ਪਿੰਡ ਦੇ ਵਿੱਚ, ਉਹਨਾਂ ਦੇ ਪਿੰਡ ਦਾ ਨਾਂ ਸੀ ਟੋਟਾ। ਲਾਹਾ ਤੇ ਟੋਟਾ ਇਹ 2 ਪਿੰਡ ਸਨ। ਉਹ ਲਾਹਾ ਪਿੰਡ ਉਹਨਾਂ ਨੂੰ ਕਹਿੰਦੇ ਵੀ ਅਸੀਂ ਵਧੀਆ ਬੰਦੇ ਆ, ਸਾਡਾ ਚੰਗਾ ਖਾਣ ਪੀਣ ਚੱਲਦਾ। ਉਹ ਵਿਚਾਰੇ ਗਰੀਬ ਸਨ, ਉਹਨਾਂ ਨੂੰ ਟੋਟਾ, ਉਹਨਾਂ ਦੇ ਘਰ ਵਿੱਚ ਰੋਟੀ ਵੀ ਸਹੀ ਢੰਗ ਨਾਲ ਨਹੀਂ ਸੀ ਪੱਕਦੀ। ਜਿਹੜੇ ਰੰਗੜਾਂ ਦਾ ਪਿੰਡ ਦੇ ਕੁਝ ਲੋਕ ਸਨ, ਉਹਨਾਂ ਵਿੱਚੋਂ ਕੁਝ ਚੋਰ ਬਿਰਤੀ ਵਾਲੇ, ਚੋਰੀ ਕਰਨ ਦੀ ਬਿਰਤੀ ਵਾਲੇ ਸਨ। ਉਹਨਾਂ ਕੀ ਕੀਤਾ, ਸਤਿਗੁਰਾਂ ਦਾ ਜਿੱਥੇ ਡੇਰਾ ਸੀ, ਮਹਾਰਾਜ ਜੀ ਦੇ 2 ਊਂਠ ਰਾਤ ਨੂੰ ਚੋਰੀ ਕਰ ਲਏ। ਊਂਠ ਜਾਨਵਰ ਨੇ, ਪਸ਼ੂ ਨੇ, ਇੱਧਰ ਉੱਧਰ ਫਿਰਦੇ, ਉਹ ਇਹਨਾਂ ਨੇ ਮਹਾਰਾਜ ਜੀ ਦੇ ਜਿਹੜੇ 2 ਊਂਠ ਸਨ ਉਹ ਚੋਰੀ ਕਰ ਲਿਆਂਦੇ। ਨਰ ਤਬ ਦੋਨੋਂ ਗ੍ਰਾਮ ਕੇ ਗੁਰ ਨਿਕਟ ਬੁਲਾਏ। ਸਤਿਗੁਰੂ ਜੀ ਨੂੰ ਸਵੇਰੇ ਪਤਾ ਲੱਗਾ ਕਿ 2 ਊਂਠ ਸਾਡੇ ਚੋਰੀ ਹੋਏ ਨੇ। ਗੁਰਦੇਵ ਨੇ ਆਪਣੇ ਸੇਵਾਦਾਰ ਭੇਜ ਕੇ ਦੋਹਾਂ ਪਿੰਡਾਂ ਦੇ ਜਿਹੜੇ ਲੋਕ ਸਨ, ਲਾਹੇ ਦੇ ਵੀ ਔਰ ਟੋਟੇ ਦੇ ਵੀ, ਦੋਨਾਂ ਪਿੰਡਾਂ ਦੇ ਲੋਕਾਂ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਸੱਦਿਆ। ਜੇ ਤੁਮਨੇ ਉਸ਼ਟਰ ਲੀਏ ਦੀਜੇ ਅਬ ਫੇਰੇ। ਦੋਨਾਂ ਪਿੰਡਾਂ ਦੇ ਲੋਕਾਂ ਨੂੰ ਸੱਦ ਕੇ ਮਹਾਰਾਜ ਜੀ ਨੇ ਕਿਹਾ, ਭਾਈ ਤੁਹਾਡੇ 2 ਪਿੰਡ ਨੇ, ਇੱਥੇ ਸਾਡੇ ਨੇੜੇ ਹੋਰ ਕੋਈ ਨੇੜੇ ਤੇੜੇ ਕੋਈ ਨਗਰ ਨਹੀਂ। ਇਹ ਦੱਸੋ ਵੀ ਸਾਡੇ 2 ਊਂਠ ਤੁਹਾਡੇ ਪਿੰਡ ਦੇ ਵਿੱਚੋਂ ਕੁਝ ਚੋਰ ਲੈ ਗਏ ਨੇ। ਉਹ ਤੁਹਾਨੂੰ ਪਤਾ ਤੁਹਾਡੇ ਪਿੰਡ ਦਾ ਵੀ ਚੋਰ ਕੌਣ ਹੈ ਕੌਣ ਨਹੀਂ ਹੈ। ਪਿੰਡ ਦੇ ਲੋਕਾਂ ਦਾ ਭੇਤ ਹੁੰਦਾ ਹੀ ਹੈ ਦੂਜਿਆਂ ਨੂੰ। ਤੇ ਜਿਹੜਾ ਕੋਈ ਲੈ ਗਿਆ ਉਹ ਆਪਣੇ ਆਪ ਊਂਠ ਸਾਨੂੰ ਵਾਪਸ ਕਰ ਜਾਵੇ। ਖੋਜੋ ਆਪਣੇ ਗ੍ਰਾਮ ਕੋ ਹੋਏ ਚੋਰ ਵਡੇਰੇ। ਉਹ ਚੋਰ ਤੁਹਾਡੇ ਪਿੰਡ 'ਚ ਹੀ ਨੇ, ਕਿਉਂਕਿ ਉਹ ਛੋਟੀ ਮੋਟੀ ਸੂਈ ਤਾਂ ਹੈ ਨਹੀਂ ਵੀ ਜਿਹੜੀ ਘਰ 'ਚ ਉਹਨਾਂ ਨੇ ਸੰਦੂਕ 'ਚ ਲੁਕੋ ਲਈ ਹੋਣੀ ਹੈ। ਵੱਡੇ ਊਂਠ ਨੇ, ਉਹ ਲੱਭਣੇ ਵੀ ਕੋਈ ਔਖੇ ਨਹੀਂ ਹਨ। ਤੁਸੀਂ ਆਪਣੇ ਪਿੰਡ ਵਿੱਚ ਆਪ ਹੀ ਖੋਜ ਕਰਕੇ, ਜੇ ਅਸੀਂ ਸੂਰਮੇ ਭੇਜੇ ਫਿਰ ਉਹਦਾ ਹਰਜਾਨਾ ਹੋਰ ਹੋਵੇਗਾ। ਇਸ ਕਰਕੇ ਤੁਸੀਂ ਆਪਣੇ ਤੌਰ 'ਤੇ ਪਿੰਡ 'ਚ
ਆਪਣੇ ਘਰਾਂ ਵਿੱਚ ਖੋਜ ਕਰੋ, ਕਿਉਂਕਿ ਊਂਠ ਨੇ ਵੱਡੇ ਨੇ, ਉਹ ਕੋਈ ਲੁਕਾ ਕੇ ਤਾਂ ਰੱਖੇ ਨਹੀਂ ਜਾ ਸਕਦੇ, ਤੁਹਾਨੂੰ ਪਤਾ ਲੱਗ ਜਾਏਗਾ। ਤੇ ਜਿਹਦੇ ਘਰੋਂ ਮਿਲਦੇ ਨੇ ਉਹ ਲਿਆ ਕੇ ਸਾਨੂੰ ਦੇ ਦਿਓ। हाथ जोर बोले तबे इत नहीं चुराए। ਉਹ ਜਿਹੜੇ ਰੰਗੜ ਸਨ ਤੇ ਜਿਹੜੇ ਉਹ ਫਕੀਰਾਂ ਦੇ ਪਿੰਡ ਦੇ ਲੋਕ ਸਨ, ਉਹਨਾਂ ਨੇ ਹੱਥ ਜੋੜੇ, ਕਹਿੰਦੇ ਜੀ ਅਸੀਂ ਜਾਂ ਸਾਡੇ ਪਿੰਡ ਦੇ ਕਿਸੇ ਬੰਦੇ ਨੇ ਤੁਹਾਡੇ ਊਂਠ ਚੋਰੀ ਨਹੀਂ ਕੀਤੇ। अपर चोर को ले गयो हमने दिष्टाए। ਮਹਾਰਾਜ ਪਹਾੜੀ ਇਲਾਕਾ, ਨੇੜੇ ਤੇੜੇ ਪਹਾੜ ਨੇ, ਕੋਈ ਹੋਰ ਚੋਰ ਆਇਆ ਹੋਣਾ, ਰਾਤ ਨੂੰ ਖੋਲ ਕੇ ਲੈ ਗਿਆ ਹੋਣਾ, ਸਾਨੂੰ ਨਹੀਂ ਪਤਾ, ਅਸੀਂ ਨਹੀਂ ਵੇਖਿਆ। जुदे जुदे कर तीनों को गुरभूजन कीने। ਫਿਰ ਦੋਨਾਂ ਪਿੰਡ ਦੇ ਲੋਕਾਂ ਨੂੰ ਮਹਾਰਾਜ ਜੀ ਨੇ ਵੱਖਰਿਆਂ ਵੱਖਰਿਆਂ ਕਰਕੇ ਪਹਿਲਾਂ ਰੰਗੜਾਂ ਨੂੰ ਪੁੱਛਿਆ, ਵੀ ਕਿਉਂਕਿ ਇੱਕ ਦੂਜੇ ਦੇ ਸਾਹਮਣੇ ਪਿੰਡ ਵਾਲੇ ਇੱਕ ਦੂਜੇ ਦੀ ਗੱਲ ਨਹੀਂ ਸੀ ਨਾ ਕਰ ਸਕਦੇ, ਮਹਾਰਾਜ ਨੇ ਵੱਖਰੇ ਵੱਖਰੇ ਕਰ ਲਏ। ਵੱਖਰੇ ਵੱਖਰੇ ਕਰਕੇ ਪੁੱਛਿਆ, ਹਾਂ ਭਾਈ ਦੱਸੋ ਤੁਹਾਨੂੰ ਉਹਨਾਂ ਪਿੰਡ ਵਾਲਿਆਂ ਤੇ ਕੋਈ ਸ਼ੱਕ ਹੋਵੇ। ਰੰਗੜਾਂ ਨੂੰ ਪੁੱਛਿਆ, ਜੇ ਤੁਹਾਨੂੰ ਉਹਨਾਂ ਤੇ ਸ਼ੱਕ ਹੋਵੇ। ਦੋਨਾਂ ਨੂੰ ਵੱਖਰਿਆਂ ਵੱਖਰਿਆਂ ਕਰਕੇ ਮਹਾਰਾਜ ਜੀ ਨੇ ਪੁੱਛਿਆ, ਨਹੀਂ ਬਤਾਵੇਂ ਅੰਧ ਮਤ ਵੱਡ ਕਪਟ ਪ੍ਰਬੀਨੇ। ਖੋਟੀ ਮੱਤ ਵਾਲਿਆਂ ਨੇ, ਜਿਨ੍ਹਾਂ ਦੀ ਮੱਤ ਉਲਟ ਹੈ, ਇਹਨਾਂ ਨੇ ਨਹੀਂ ਦੱਸਿਆ। ਹਾਲਾਂਕਿ ਰੰਗੜਾਂ ਨੂੰ ਪਤਾ ਵੀ ਸੀ, ਇਹਨਾਂ ਨੇ ਨਹੀਂ ਦੱਸਿਆ। ਚਲੇ ਗਏ ਨਿਜ ਘਰਨ ਕੋ ਤਬ ਏਕ ਫਕੀਰਾ। ਇਹ ਆਪਣੇ ਘਰਾਂ ਨੂੰ ਚਲੇ ਗਏ ਤੇ ਉੱਥੇ ਹੀ ਇੱਕ ਫਕੀਰ, ਉਹ ਰੱਬ ਰੱਬ ਕਰਦਿਆਂ, ਕਿਉਂਕਿ ਉਹ ਫਕੀਰ ਪਿੰਡਾਂ ਵਿੱਚ ਮੰਗ ਕੇ ਖਾਂਦਾ ਸੀ, ਉਹ ਇੱਕ ਫਕੀਰ ਉੱਥੇ ਮਹਾਰਾਜ ਜੀ ਦੇ ਕੋਲ ਆ ਗਿਆ। ਆਪਨ ਸਮੀਪ ਹਕਾਰ ਕੈ ਬੋਲੇ ਗੁਰ ਧੀਰਾ। ਉਸ ਫਕੀਰ ਨੂੰ ਆਪਣੇ ਕੋਲ ਸੱਦ ਕੇ ਸਤਿਗੁਰੂ ਜੀ ਬੋਲੇ, ਕਹਿਣ ਲੱਗੇ, ਮੰਗਨ ਕੇ ਮਿਸ ਕਰ ਸਦਨ ਰੰਗਰਨ ਕੇ ਹੇਰੋ। ਮਹਾਰਾਜ ਜੀ ਕਹਿਣ ਲੱਗੇ, ਫਕੀਰ ਸਾਈਂ ਏਦਾਂ ਕਰੋ ਕਿ ਤੁਸੀਂ ਤਾਂ ਪਿੰਡਾਂ ਦੇ ਵਿੱਚ ਵਿਚਰਦੇ ਹੋ ਤੇ ਤੁਹਾਡੇ ਤੇ ਕੋਈ ਸ਼ੱਕ ਵੀ ਨਹੀਂ, ਸੰਦੇਹ ਵੀ ਨਹੀਂ ਕਰੇਗਾ। ਤੁਸੀਂ ਆ ਜਿਹੜਾ ਸਾਹਮਣੇ ਰੰਗੜਾਂ ਦਾ ਪਿੰਡ ਹੈ ਲਾਹਾ, ਉੱਥੇ ਜਾਓ, ਔਰ ਉੱਥੇ ਜਾ ਕੇ ਘਰ ਦੇ ਵਿੱਚ ਮੰਗਣ ਦੇ ਬਹਾਨੇ ਸਾਰੇ ਘਰਾਂ ਵਿੱਚ ਆਪਣੀ ਨਿਗਾਹ ਮਾਰ ਕੇ ਆਓ। ਉਸ਼ਟਰ ਖੋਜੋ ਜਾਏ ਕਰ ਆਵੋ ਬਿਨ ਦੋਰੋ। ਤੇ ਵੇਖ ਕੇ ਵੀ ਕਿਹਦੇ ਘਰ ਊਂਠ ਖੜੇ ਨੇ। ਜਿੱਥੇ ਤੁਹਾਨੂੰ ਦਿਸ ਜਾਣ ਦੋ ਊਂਠ ਖੜੇ, ਉਹਨਾਂ ਦੀਆਂ ਨਿਸ਼ਾਨੀਆਂ ਦੱਸ ਦਿੱਤੀਆਂ ਵੀ ਇਦਾਂ ਦੇ ਨੇ। ਜਿੱਥੇ ਤੁਹਾਨੂੰ ਜਿਸ ਘਰ ਦੇ ਵਿੱਚ ਖੜੇ ਦਿਸ ਜਾਣ, ਬਸ ਤੂੰ ਬਿਨਾਂ ਦੇਰੀ ਤੂੰ ਆ ਕੇ ਸਾਨੂੰ ਖਬਰ ਦੇਣੀ। ਉੱਥੇ ਨਹੀਂ ਤੂੰ ਕੁਝ ਕਹਿਣਾ, ਸਾਨੂੰ ਆ ਕੇ ਦੱਸਣਾ। ਸੁਨ ਕਰ ਤੂਰਨ ਤਬ ਗਇਓ ਪਿਛਿਆ ਹਿਤ ਲੈਬੇ। ਇਹ ਫਕੀਰ ਮਹਾਰਾਜ ਜੀ ਦਾ ਹੁਕਮ ਸੁਣਦਿਆਂ ਰੰਗੜਾਂ ਦੇ ਪਿੰਡ ਭਿਖਿਆ ਲੈਣ ਦੇ ਬਹਾਨੇ, ਭੀਖ ਮੰਗਣ ਦੇ ਬਹਾਨੇ ਪਿੰਡ ਦੇ ਘਰਾਂ ਦੇ ਵਿੱਚ ਫਿਰਨ ਲੱਗਾ। ਹੁਤੇ ਛੁਤਰ ਤੈਂ ਬਰ ਗਇਓ ਜੁਗ ਖਰੇ ਦਿਖੈ ਬੇ। ਕੱਲੇ ਕੱਲੇ ਘਰ ਵਿੱਚ ਚਲਦਾ ਚਲਦਾ ਆਖਰਕਾਰ ਉਸ ਘਰ ਵਿੱਚ ਆ ਗਿਆ ਜਿੱਥੇ ਦੋ ਊਂਠ ਘਰ ਵਿੱਚ ਬੱਧੇ ਹੋਏ ਸੀ। ਕਿਉਂਕਿ ਊਂਠ ਦੇ ਉਹ ਕਿਹੜਾ ਲੁਕਾਏ ਜਾ ਸਕਦੇ ਸੀ, ਅੰਦਰ ਕਿਹੜਾ ਕਿਸੇ ਪਰਦੇ 'ਚ ਰੱਖੇ ਜਾ ਸਕਦੇ ਸੀ। ਇਹ ਜਦੋਂ ਗਿਆ, ਇਹਨੇ ਜਾ ਕੇ ਵੇਖਿਆ ਵੀ ਵਿਹੜੇ ਵਿੱਚ ਇਸ ਘਰ ਦੇ ਦੋ ਊਂਠ ਜਿਹੜੇ ਨੇ ਉਹ ਖੜੇ ਹਨ। ਆਏ ਫਕੀਰ ਬਤਾਏ ਦੀਏ ਜੁਗ ਉਸ਼ਟਰ ਠਾਂਡੇ। ਉਸ ਵੇਲੇ ਫਕੀਰ ਨੇ ਸਾਰੀ ਪੜਤਾਲ ਕਰਨ ਤੋਂ ਬਾਅਦ ਉਹ ਆਇਆ, ਸਤਿਗੁਰੂ ਜੀ ਨੂੰ ਆ ਕੇ ਦੱਸਿਆ, ਮਹਾਰਾਜ ਫਲਾਣੀ ਗਲੀ 'ਚ ਫਲਾਣਾ ਘਰ ਹੈ, ਉੱਥੇ ਦੋ ਊਂਠ ਮੈਂ ਆਪ ਜੀ ਦੇ ਖੜੇ ਵੇਖੇ ਹਨ। ਛੁਤਰ ਸਦਨ ਮੈਂ ਥਿਰ ਕਰੇ ਬਾਂਦੇ ਤੈਂ ਗਾਡੇ। ਮਹਾਰਾਜ ਉਹਨਾਂ ਦੇ ਘਰ ਵਿੱਚ ਊਂਠ ਖੜੇ ਨੇ, ਬੜੀ ਮਜ਼ਬੂਤੀ ਦੇ ਨਾਲ ਉਹਨਾਂ ਨੂੰ ਬੰਨਿਆ ਹੋਇਆ ਹੈ। ਬਹੁਰੋ ਲੋਕ ਸੁਗਰਾਮ ਕੇ ਨਰ ਸਰਬ ਹਕਾਰੇ। ਮਹਾਰਾਜ ਜੀ ਨੇ ਫਿਰ ਉਹਨਾਂ ਰੰਗੜਾਂ ਨੂੰ ਸੱਦ ਲਿਆ। ਜਦੋਂ ਪਤਾ ਕਰ ਲਿਆ ਨਾ ਵੀ ਖੜੇ ਨੇ ਫਲਾਣੇ ਘਰ 'ਚ, ਪੂਰੀ ਪੜਤਾਲ ਕਰ ਲਈ। ਪਿੰਡ ਦੀ ਜਿਹੜੀ ਪੰਚਾਇਤ ਸੀ ਰੰਗੜਾਂ ਦੀ, ਮਹਾਰਾਜ ਜੀ ਨੇ ਉਹਨਾਂ ਨੂੰ ਫਿਰ ਆਪਣੇ ਕੋਲ ਬੁਲਾਇਆ। ਤਸਕਰ ਰੰਗਰ ਜਾਣ ਕੈ ਗੁਰਬਾਕ ਉਚਾਰੇ। ਮਹਾਰਾਜ ਜੀ ਨੇ ਦੱਸ ਦਿੱਤਾ ਵੀ ਉਹ ਤੁਹਾਡੇ, ਤੁਸੀਂ ਤਾਂ ਕਹਿੰਦੇ ਸੀ ਵੀ ਸਾਨੂੰ ਪਤਾ ਨਹੀਂ ਵੀ ਤੁਹਾਡੇ ਪਿੰਡ ਦੀ ਇਹ ਕਰਤੂਤ ਹੈ ਫਲਾਣੇ ਘਰ ਦੀ, ਤੇ ਤੁਹਾਡੇ ਪਿੰਡ ਦੇ ਵਿੱਚ ਰੰਗੜ ਜਿਹੜੇ ਨੇ ਚੋਰ ਨੇ, ਵੀ ਇਹ ਗੁਰੂ ਪੀਰਾਂ ਦੀਆਂ ਚੀਜ਼ਾਂ ਵੀ ਚੋਰੀ ਕਰਦੇ ਨੇ। ਇਦਾਂ ਦੀ ਚੋਰੀ ਕਰਨ ਵਾਲੀ ਇਹਨਾਂ ਦੀ ਬਿਰਤੀ ਹੈ। ਨਾਮ ਤਰੇ ਦੋਏ ਗ੍ਰਾਮ ਕੇ ਇੱਕ ਸ਼ੁਭ ਇੱਕ ਖੋਟਾ। ਮਹਾਰਾਜ ਜੀ ਨੇ ਆਖਿਆ ਤੁਹਾਡਾ ਪਿੰਡ ਲਾਹਾ ਨਹੀਂ ਟੋਟਾ,
ਯਾਨੀ ਕਿ ਜਿੱਥੇ ਹਮੇਸ਼ਾ ਥੋੜੀ ਰਹੇਗੀ ਘਾਟਾ ਹੀ ਰਹੇਗਾ। ਤੇ ਉਹ ਜਿਨ੍ਹਾਂ ਫਕੀਰਾਂ ਨੂੰ ਤੁਸੀਂ ਕਹਿੰਦੇ ਹੋ ਤੋਟਾ, ਉਹ ਸ਼ੁਭ ਹੈ, ਯਾਨੀ ਕਿ ਉਹ ਲਾਹੇ ਦੇ ਧਾਰਨੀ ਹੋਣਗੇ। ਤੁਹਾਡੇ ਘਰ 'ਚ ਤੋਟਾ ਰਹੇਗਾ ਰੰਗੜੋ, ਕਿਉਂਕਿ ਚੋਰ ਨੇ ਚੋਰੀ ਕੀਤੀ ਪਰ ਤੁਸੀਂ ਉਹਦੀ ਹਾਮਾ ਭਰੀ ਆ ਨਾਲ, ਇਹਦਾ ਮਤਲਬ ਤੁਹਾਡਾ ਨਾਲ ਉਹਨਾਂ ਦੀ ਸਾਂਝ ਹੈ, ਹਿੱਸਾ ਪੱਤੀ ਹੋਵੇਗੀ, ਸੁਭਾਵਕ ਹੈ। ਨਹੀਂ ਤਾਂ ਤੁਸੀਂ ਸਿੱਧਾ ਸਪਸ਼ਟ ਕਹਿੰਦੇ, ਪਿੰਡ ਦੇ ਤੁਸੀਂ ਪੰਚਾਇਤ ਦੇ ਬੰਦੇ ਹੋ, ਵੀ ਮਹਾਰਾਜ ਇਹ ਫਲਾਣੇ ਬੰਦੇ ਨੇ ਚੋਰੀ ਕੀਤੀ ਹੈ, ਅਸੀਂ ਇਹਦੀ ਖਿਮਾ ਮੰਗਦੇ ਹਾਂ, ਬਸ ਇੰਨੀ ਕੁ ਗੱਲ ਸੀ। ਪਰ ਤੁਸੀਂ ਪਰਦਾ ਪਾਇਆ, ਦੁਬਾਰਾ ਬੁਲਾ ਕੇ ਫਿਰ ਪੁੱਛਿਆ ਤੁਸੀਂ, ਹਾਲਾਂਕਿ ਅਸੀਂ ਪੜਤਾਲ ਕਰ ਲਈ ਆ ਵੀ ਤੁਹਾਡੇ ਪਿੰਡ 'ਚ ਫਲਾਣੇ ਦੇ ਘਰ ਖੜੇ ਨੇ, ਹਾਲੇ ਵੀ ਪਰਦਾ ਪਾ ਰਹੇ ਹੋ। ਮਹਾਰਾਜ ਜੀ ਕਹਿਣ ਲੱਗੇ, ਭਾਈ ਇਹ ਤੁਹਾਡਾ ਪਿੰਡ ਲਾਹਾ ਨਹੀਂ ਤੋਟਾ ਹੈ, ਔਰ ਉਹ ਜਿਨ੍ਹਾਂ ਨੂੰ ਤੋਟਾ ਕਹਿੰਦੇ ਉਹਨਾਂ ਨੂੰ ਲਾਹਾ ਹੈ। ਫਕਰਨ ਕੋ ਲਾਹਾ ਸਦਾ, ਰੰਗਰਨ ਕੋ ਤੋਟਾ। ਫਕੀਰਾਂ ਨੂੰ ਹਮੇਸ਼ਾ ਲਾਹਾ ਹੈ ਤੇ ਰੰਗੜਾਂ ਨੂੰ ਹਮੇਸ਼ਾ ਤੋਟਾ ਹੈ। ਇਹ ਮਹਾਰਾਜ ਜੀ ਨੇ ਬਚਨ ਕੀਤਾ। ਜਿੱਥੇ ਬਚਨ ਕੀਤਾ, ਦੋਨਾਂ ਪਿੰਡਾਂ ਦੇ ਨੇੜੇ ਗੁਰਦੇਵ ਦਾ ਸਥਾਨ ਹੈ, ਗੁਰਦੁਆਰਾ ਟੋਕਾ ਸਾਹਿਬ। ਜਾਓ ਤੁਰਤ ਹੀ ਆਨੀਐ, ਨਹੀਂ ਤਾਂ ਘਰ ਲੁੱਟ ਜੈ ਹੈ। ਮਹਾਰਾਜ ਜੀ ਨੇ ਥੋੜਾ ਜਿਹਾ ਇਹਨਾਂ ਨੂੰ ਤਾੜਨਾ ਨਾਲ ਕਹਿੰਦੇ, ਬੰਦੇ ਬਣ ਕੇ ਜਾਓ। ਆਪ ਹੀ ਉਹ ਊਂਟ, ਕਿਉਂਕਿ ਪਾਤਸ਼ਾਹ ਨਹੀਂ ਸੀ ਚਾਹੁੰਦੇ ਆਪਣੀ ਫੌਜ ਭੇਜਦੇ, ਸਿਪਾਹੀ ਭੇਜਦੇ। ਜੇ ਮਹਾਰਾਜ ਜੀ ਸਿਪਾਹੀਆਂ ਨੂੰ ਭੇਜਦੇ, ਫੌਜਾਂ ਨੂੰ ਭੇਜਦੇ, ਤੇ ਫੌਜਾਂ ਨੂੰ ਭੇਜਣ ਤੋਂ ਬਾਅਦ ਹੋ ਸਕਦਾ ਸੀ ਫੌਜ ਆਪਣੇ ਕਰੜੇ ਹੱਥ ਵਿਖਾ ਦਿੰਦੀ ਪਿੰਡ ਵਾਲਿਆਂ ਨੂੰ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਤੁਸੀਂ ਆਪ ਹੀ ਆਪਣੇ ਨਗਰ ਦੇ ਵਿੱਚੋਂ ਜਿੱਥੇ ਉਹ ਦੋਵੇਂ ਊਂਠ ਬੱਧੇ ਨੇ, ਉਹ ਲਿਆ ਕੇ ਸਾਨੂੰ ਦੇ ਜਾਓ। ਊਟਨ ਤਸਕਰ ਤੁਮ ਸਕਲ, ਨਾਹੀਂ ਤਾਂ ਗਹਿ ਲੈ ਹੈ। ਤੇ ਜੇ ਤੁਸੀਂ ਹਾਲੇ ਵੀ ਉਹਨਾਂ ਚੋਰਾਂ ਦੀ ਹਾਮੀ ਭਰੀ, ਤੇ ਫਿਰ ਉਹ ਚੋਰ ਤਾਂ ਕੁੱਟੇ ਹੀ ਜਾਣਗੇ, ਨਾਲ ਤੁਹਾਡੇ ਤੇ ਵੀ ਦੰਡ ਲੱਗੇਗਾ, ਤੁਹਾਨੂੰ ਵੀ ਸਜ਼ਾ ਲੱਗੇਗੀ। ਰੰਗਰ ਡਰ ਧਰ ਉਰ ਬਿਖੈ, ਤਤ ਛਿਨ ਲੈ ਆਏ। ਉਸੇ ਵੇਲੇ ਰੰਗੜ ਭੈ ਭੀਤ ਹੋ ਗਏ। ਮਹਾਰਾਜ ਜੀ ਦੀਆਂ ਫੌਜਾਂ ਸਨ, ਨਾਲ ਸ਼ਸਤਰਧਾਰੀ ਸੂਰਮੇ ਸਨ। ਉਹ ਗਏ ਜਾ ਕੇ ਪਿੰਡ 'ਚ ਜਿਸ ਘਰ 'ਚ ਇਹਨਾਂ ਨੇ ਚੋਰੀ ਦੇ ਊਂਠ ਬੱਧੇ ਸਨ, ਉਹ ਖੋਲ ਕੇ ਲਿਆ ਕੇ ਸਤਿਗੁਰਾਂ ਨੂੰ ਦੇ ਦਿੱਤੇ। ਉਸ਼ਟਰ ਸੌਂਪੇ ਜੋਰ ਕਰ, ਪੁਨ ਭਉ ਕਿਗਿਆਏ। ਊਂਠ ਮਹਾਰਾਜ ਜੀ ਨੂੰ ਦੇਣ ਤੋਂ ਬਾਅਦ ਫਿਰ ਇਹਨਾਂ ਨੇ ਹੱਥ ਜੋੜ ਕੇ ਕਿਗਿਆਏ, ਇਹਨਾਂ ਨੇ ਪਛਤਾਵਾ ਕੀਤਾ। ਅਬ ਲੋ ਦੋਨੋਂ ਗ੍ਰਾਮ ਕੋ, ਨਾਮ ਸੋ ਬਿਦਤਾਇਓ। ਮਹਾਕਵੀ ਭਾਈ ਸੰਤੋਖ ਸਿੰਘ ਜੀ ਉਸ ਇਲਾਕੇ ਵਿੱਚ ਰਹੇ ਨੇ, ਕਾਫੀ ਸਮਾਂ ਵਿਚਰੇ ਨੇ ਉੱਥੇ। ਇਸ ਕਰਕੇ ਭਾਈ ਸਾਹਿਬ ਉੱਥੇ ਬੂੜੀਏ ਨਗਰ 'ਚ ਰਹਿੰਦੇ, ਨੇੜੇ ਤੇੜੇ ਨਾਰਾਇਣਗੜ੍ਹ, ਇਹ ਸਾਰੇ ਗੁਰਦੁਆਰਾ ਟੋਕਾ ਸਾਹਿਬ, ਇਹਨਾਂ ਲਾਹੜਪੁਰ ਆਦਿਕ ਜਿਹੜੇ ਨਗਰ ਨੇ ਉਹਨਾਂ ਵੇਖੇ ਹੋਏ ਸਨ। ਤੋ ਭਾਈ ਸਾਹਿਬ ਕਹਿੰਦੇ ਹੁਣ ਵੀ ਉੱਥੇ ਦੋ ਪਿੰਡ ਨੇ, ਇੱਕ ਪਿੰਡ ਦਾ ਨਾਮ ਲਾਹਾ ਹੈ, ਦੂਜੇ ਦਾ ਨਾਮ ਤੋਟਾ ਹੈ। ਫਕਰਨ ਕੋ ਲਾਹਾ ਕਨੋ, ਸਭ ਹਿਨ ਸੁਖ ਪਾਇਓ। ਕਹਿੰਦੇ ਜਿਹੜੇ ਉਹ ਫਕੀਰ ਲੋਕਾਂ ਦਾ ਪਿੰਡ ਸੀ, ਉੱਥੇ ਕਹਿੰਦੇ ਉਹਨਾਂ ਕੋਲ ਸਾਰੇ ਸੁੱਖ ਅਸੀਂ ਵੇਖੇ ਨੇ, ਉਹਨਾਂ ਨੂੰ ਸਰਬ ਪ੍ਰਕਾਰ ਦੇ ਸੁੱਖ ਪ੍ਰਾਪਤ ਹਨ। ਟੋਟਾ ਰੰਗਰ ਗ੍ਰਾਮ ਕੋ, ਕਰ ਨਾਮ ਉਚਾਰੇ। ਤੇ ਦੂਜੇ ਪਾਸੇ ਜਿਹੜਾ ਤੋਟਾ ਨਾਮਕ ਨਗਰ ਹੈ, ਜਿਹਨੂੰ ਗੁਰਦੇਵ ਨੇ ਤੋਟਾ ਕਿਹਾ, ਕਹਿੰਦੇ ਉੱਥੇ ਜਿਹੜੇ ਉਹ ਰੰਗੜਾਂ ਦਾ ਪਿੰਡ ਆ, ਉੱਥੇ ਸਾਰਿਆਂ ਦੇ ਘਰ ਵਿੱਚ ਭੰਗ ਪੁੱਜਦੀ ਹੈ, ਯਾਨੀ ਕਿ ਖਾਣ ਨੂੰ ਸਹੀ ਢੰਗ ਨਾਲ ਉਹਨਾਂ ਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ। ਗਰੀਬੀ ਤੇ ਦਲਿੱਦਰ ਉਹਨਾਂ ਦੇ ਘਰਾਂ ਵਿੱਚ ਹੈ। ਦਾਰਿਦ ਜਿਨ ਕੇ ਘਰ ਬਿਖੈ, ਹੋਏ ਅਲਪ ਆਹਾਰੇ। ਘਰ ਵਿੱਚ ਉਹਨਾਂ ਦੇ ਦਲਿੱਦਰ ਹੈ, ਖਾਣਾ ਪੀਣਾ ਵੀ ਖਾਣ ਨੂੰ ਸਹੀ ਢੰਗ ਨਾਲ ਨਹੀਂ ਮਿਲਦਾ। ਸਤਿਗੁਰ ਕੋ ਜਿਮ ਬਾਕ ਹੋਏ, ਨੈ ਨਿਸ਼ਫਲ ਜਾਈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਹੜਾ ਬਚਨ ਮੇਰੇ ਸਤਿਗੁਰਾਂ ਨੇ ਕੀਤਾ ਨਾ, ਉਹ ਨਿਸ਼ਫਲ ਨਹੀਂ ਜਾਂਦਾ। ਜੋ ਬਚਨ ਗੁਰਦੇਵ ਕਰ ਦਿੰਦੇ ਨੇ ਉਹ ਸੱਤ ਹੈ, ਇਤੀ ਹੈ, ਵਾਸਤਵਿਕ ਹੈ, ਔਰ ਉਹ ਜੁਗਾਂ ਜੁਗਾਂ ਤਾਈਂ ਸੱਚ ਹੈ, ਉਹਨੂੰ ਕੋਈ ਝੁਠਲਾ ਨਹੀਂ ਸਕਦਾ। ਜੇ ਪੌਂਟਾ ਸਾਹਿਬ ਜਮਨਾ ਨੂੰ ਕਹਿ ਦਿੱਤਾ ਸ਼ਾਂਤ ਹੋ ਕੇ ਵਗ, ਤੇ ਉਹ ਸ਼ਾਂਤ ਹੋ ਕੇ ਵਗਦੀ ਹੈ। ਤੇ ਜੇ ਗੁਰਦੇਵ ਨੇ ਇੱਥੇ ਆਣ ਕੇ ਬਚਨ ਕੀਤਾ ਵੀ ਇਹ ਲਾਹਾ ਨਹੀਂ ਤੋਟਾ ਹੈ, ਤੇ ਜਿਹੜਾ ਤੋਟਿਆ ਪਿੰਡ ਸੀ ਕਹਿੰਦੇ ਤੋਟਾ ਨਹੀਂ ਇਹ ਲਾਹਾ ਹੈ, ਉੱਥੇ ਅੱਜ ਵੀ ਗੁਰੂ ਸਾਹਿਬ ਦਾ ਬਚਨ ਸਾਖਸ਼ਾਤਕਾਰ ਹੈ। ਤੋ ਇਸ ਪ੍ਰਕਾਰ ਨਾਲ ਜਿਹੜਾ ਬਚਨ ਮੇਰੇ ਪਾਤਸ਼ਾਹ ਕਰ ਦਿੰਦੇ ਨੇ ਉਹ ਸੱਤ ਹੈ, ਔਰ ਜੁਗਾਂ ਤਾਈਂ ਸੱਤ ਹੈ। ਜਯੋ ਚੜਨਪੁਰ ਆਨੰਦ ਕੋ,
ਤੈਂ ਤੇ ਸੁਖਦਾਈ। ਸਤਿਗੁਰੂ ਜੀ ਹੁਣ ਇੱਥੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲੇ ਨੇ। ਗੁਰਦੇਵ ਨੇ ਇਸ ਨਗਰ ਤੋਂ ਆਨੰਦਪੁਰ ਸਾਹਿਬ ਯਾਨੀ ਕਿ ਗੁਰਦੁਆਰਾ ਟੋਕਾ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਚਾਲਾ ਮਾਰਿਆ ਹੈ।